ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ 8ਵੀਂ ਸ਼੍ਰੇਣੀ ਦਾ ਪਾਠ ਨੰਬਰ 22 ਹੈ ਜੀ, ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਦੇ ਕਾਨੂੰਨ। ਤਾਂ ਇਸ ਲੈਸਨ ਦੇ ਵਿੱਚ ਅਸੀਂ ਧਰਮ ਨਿਰਪੱਖਤਾ ਅਤੇ ਕੁਝ ਆਦਰਸ਼ ਦੇ ਲਈ ਬਣੇ ਗਏ ਕਾਨੂੰਨ ਹੈ ਜਿਹੜੇ ਉਹਨਾਂ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਇੱਕ ਜਾਣਕਾਰੀ ਤੁਹਾਡੇ ਸਾਰਿਆਂ ਦੇ ਲਈ, ਜਿੰਨੇ ਵੀ 8ਵੀਂ ਸ਼੍ਰੇਣੀ ਦੇ ਵਿਦਿਆਰਥੀ ਹੈ, ਵੀ ਜੋ ਵੀ ਜਿਨ੍ਹਾਂ ਵਿਦਿਆਰਥੀਆਂ ਦਾ ਇੰਗਲਿਸ਼ ਮੀਡੀਅਮ ਹੈ ਉਹਨਾਂ ਨੂੰ ਵੀਡੀਓ ਦੇ ਅੰਤ ਦੇ ਵਿੱਚ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਅੱਜ ਇੱਕ ਸਲਾਈਡਸ ਮਾਧਿਅਮ ਰਾਹੀਂ ਨੋਟਸ ਪ੍ਰੋਵਾਈਡ ਹੋਣਗੇ। ਤਾਂ ਵੀਡੀਓ ਦੇ ਬਿਲਕੁਲ ਲਾਸਟ ਦੇ ਵਿੱਚ ਜਾ ਕੇ ਉਹ ਆਪਣੇ ਜਿਹੜੇ ਇੰਗਲਿਸ਼ ਮੀਡੀਅਮ ਦੇ ਨੋਟਸ ਆ ਜਿਹੜੇ ਉਸ ਤੋਂ ਕਵਰ ਕਰ ਸਕਦੇ ਆ, ਉਸ ਤੋਂ ਤਿਆਰ ਕਰ ਸਕਦੇ ਆ, ਉਹਨਾਂ ਦੀ ਰਿਵੀਜ਼ਨ ਲੈ ਸਕਦੇ ਆ। ਇੰਗਲਿਸ਼ ਮੀਡੀਅਮ ਵਾਲੇ ਬੱਚਿਆਂ ਨੂੰ ਇੱਕ ਵਾਰ ਫਿਰ ਦੱਸ ਦਈਏ, ਵੀਡੀਓ ਦੇ ਬਿਲਕੁਲ ਲਾਸਟ ਦੇ ਵਿੱਚ ਇਸੇ ਤਰ੍ਹਾਂ ਤੁਹਾਨੂੰ ਇੰਗਲਿਸ਼ ਮੀਡੀਅਮ ਦੀਆਂ ਸਲਾਈਡਸ ਹੋਣਗੀਆਂ, ਉਹਨਾਂ ਤੋਂ ਤੁਸੀਂ ਆਪਣੇ ਨੋਟਸ ਤਿਆਰ ਕਰ ਸਕਦੇ ਆ ਇੰਗਲਿਸ਼ ਮੀਡੀਅਮ ਵਾਲੇ ਬੱਚੇ। ਹਾਂਜੀ, ਸਭ ਤੋਂ ਪਹਿਲਾ ਪ੍ਰਸ਼ਨ ਹੈ ਧਰਮ ਨਿਰਪੱਖਤਾ ਸ਼ਬਦ ਦਾ ਅਰਥ ਲਿਖੋ। ਧਰਮ ਨਿਰਪੱਖਤਾ ਦਾ ਭਾਵ ਹੈ ਸਾਰੇ ਧਰਮਾਂ ਨੂੰ ਬਰਾਬਰ ਸਮਝਣਾ। ਹੁਣ ਧਰਮ ਨਿਰਪੱਖਤਾ ਜਿਹੜਾ ਸ਼ਬਦ ਹੈ ਇਸ ਦਾ ਭਾਵ ਹੈ ਸਾਰੇ ਧਰਮਾਂ ਨੂੰ ਕੀ ਆ, ਬਰਾਬਰ ਸਮਝਣਾ। ਯਾਨੀ ਕਿ ਕਿਸੇ ਵੀ ਕਿਸਮ ਦਾ ਕਿਸੇ ਵੀ ਧਰਮ ਦੇ ਨਾਲ ਕੋਈ ਵਿਤਕਰਾ ਨਾ ਕਰਨਾ, ਸਾਰੇ ਧਰਮਾਂ ਦਾ ਬਰਾਬਰ ਸਨਮਾਨ ਕਰਨਾ, ਕਿਸੇ ਨਾਲ ਧਰਮ ਦੇ ਆਧਾਰ 'ਤੇ ਕੋਈ ਭੇਦਭਾਵ ਨਾ ਕਰਨਾ। ਧਰਮ ਨਿਰਪੱਖਤਾ ਦੀ ਕੋਈ ਇੱਕ ਉਦਾਹਰਨ ਦਿਓ, ਕੋਈ ਵੀ ਅਸੀਂ ਉਦਾਹਰਨ ਲੈ ਸਕਦੇ ਹਾਂ। ਆਪਣੇ ਆਸ-ਪਾਸ ਕਈ ਪ੍ਰਕਾਰ ਦੇ ਤੁਸੀਂ ਉਦਾਹਰਨਾਂ ਦੇਖਦੇ ਹੋਵੋਗੇ ਕਿ ਅਲੱਗ-ਅਲੱਗ ਅਹੁਦਿਆਂ 'ਤੇ ਜਿਹੜੇ ਲੋਕ ਹੈਗੇ ਆ ਹਰੇਕ ਧਰਮ ਨੂੰ ਮੰਨਣ ਵਾਲੇ ਹੁੰਦੇ ਆ। ਇਹ ਨਹੀਂ ਕਿ ਕਿਸੇ ਇੱਕ ਅਹੁਦੇ 'ਤੇ ਕੋਈ ਕਿਸੇ ਖਾਸ ਧਰਮ ਨੂੰ ਮੰਨਣ ਵਾਲਾ ਇਨਸਾਨ ਹੋਏਗਾ। ਤਾਂ ਇਸੇ ਤਰ੍ਹਾਂ ਦਾ ਧਰਮ ਨਿਰਪੱਖਤਾ ਦੇ ਵਿੱਚ ਆ ਜਾਂਦਾ ਹੈਗਾ। ਦੀ ਵੱਡੀ ਉਦਾਹਰਨ ਇਹ ਦਿੱਤੀ ਹੋਈ ਇੱਥੇ ਸਾਡੇ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਖ-ਵੱਖ ਧਰਮਾਂ ਦੇ ਰਹੇ ਹਨ, ਅਲੱਗ-ਅਲੱਗ ਧਰਮਾਂ ਦੇ ਰਹੇ ਹਨ। ਜਦ ਅਸੀਂ ਪਿਛਲੇ ਪ੍ਰਧਾਨ ਮੰਤਰੀਆਂ ਰਾਸ਼ਟਰਪਤੀਆਂ ਦੀ ਗੱਲ ਕਰਦੇ ਹਾਂ ਆਪਣੇ ਦੇਸ਼ ਦੇ ਦੀ, ਇਸੇ ਤਰ੍ਹਾਂ ਹੀ ਹੋਰ ਸੰਵਿਧਾਨਕ ਅਹੁਦਿਆਂ 'ਤੇ ਵੀ ਸਾਰੇ ਧਰਮਾਂ ਨੂੰ ਮੰਨਣ ਵਾਲੇ ਜਿਹੜੇ ਲੋਕ ਰਹਿ ਰਹੇ ਹਨ। ਅਗਲਾ ਪ੍ਰਸ਼ਨ ਹੈ ਸੰਵਿਧਾਨ ਵਿੱਚ ਸ਼ਾਮਲ ਆਦਰਸ਼ਾਂ ਤੋਂ ਕੀ ਭਾਵ ਹੈ। ਹੁਣ ਜਿਹੜੇ ਆਦਰਸ਼ ਨੇ ਭਾਰਤੀ ਸੰਵਿਧਾਨ ਵਿੱਚ ਸ਼ਾਮਲ ਰਾਜ ਦੇ ਆਦਰਸ਼ ਸੰਪੂਰਨ ਪ੍ਰਭੂ ਸੱਤਾ ਸੰਪੰਨ, ਧਰਮ ਨਿਰਪੱਖਤਾ, ਸਭ ਨੂੰ ਬਰਾਬਰ ਨਿਆਂ, ਸੁਤੰਤਰਤਾ, ਸਮਾਨਤਾ, ਭਾਈਚਾਰਾ, ਰਾਸ਼ਟਰ ਦੀ ਏਕਤਾ ਅਤੇ ਅਖੰਡਤਾ, ਗਣਰਾਜ ਆਦਿ ਸ਼ਾਮਲ ਕੀਤੇ ਗਏ ਹਨ। ਇਹਨਾਂ ਆਦਰਸ਼ਾਂ ਨੂੰ ਕਾਨੂੰਨੀ ਰੂਪ ਦਿੱਤਾ ਗਿਆ ਹੈ। ਤਾਂ ਇਹ ਸਾਡੇ ਜੋ ਆਦਰਸ਼ ਹਨ ਜਿਨ੍ਹਾਂ ਨੂੰ ਕਾਨੂੰਨੀ ਰੂਪ ਦਿੱਤਾ ਗਿਆ ਹੈ। ਇੱਕ ਜਾਣਕਾਰੀ ਵੀ ਦੱਸ ਦੇਵਾਂ, ਸਾਡੇ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਉਹ ਇਹਨਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ। ਵੱਡੀਆਂ ਕਲਾਸਾਂ ਦੇ 9th ਔਰ 10th ਦੇ ਵਿੱਚ ਤੁਹਾਨੂੰ ਇਹਨਾਂ ਸ਼ਬਦਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਏਗੀ। ਫਿਲਹਾਲ ਅਸੀਂ ਇਹਨਾਂ ਸ਼ਬਦਾਂ ਬਾਰੇ ਜੋ ਸਾਨੂੰ ਜਾਣਕਾਰੀ ਹੈ ਉਹ ਅਸੀਂ ਇਸ ਲੈਸਨ ਤੋਂ ਪ੍ਰਾਪਤ ਕੀਤੀ ਹੈ ਰੱਖਣੀ ਹੈ। ਪ੍ਰਸਤਾਵਨਾ ਵਿੱਚ ਦਰਜ ਆਦਰਸ਼ਾਂ ਨੂੰ ਕਿਵੇਂ ਪੂਰਾ, ਹੁਣ ਜੋ ਆਦਰਸ਼ ਹੈ ਜੋ ਅਸੀਂ ਉੱਪਰਲੇ ਕੁਐਸਚਨ ਦੇ ਵਿੱਚ ਪੜ੍ਹੇ ਉਹਨਾਂ ਨੂੰ ਪੂਰਾ ਕਿਵੇਂ ਕੀਤਾ ਗਿਆ ਹੈ। ਤਾਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਕੀ ਆ, ਇਹਨਾਂ ਦੇ ਲਈ ਕੀ ਆ, ਵੱਖ-ਵੱਖ ਕਾਨੂੰਨ ਬਣਾਏ ਗਏ ਹਨ। ਇਹਨਾਂ ਆਦਰਸ਼ਾਂ ਦੀ ਪ੍ਰਾਪਤੀ ਲਈ ਵੱਖ-ਵੱਖ ਕਾਨੂੰਨ ਬਣਾਏ ਗਏ ਹਨ ਤਾਂ ਕਿ ਇਹਨਾਂ ਨੂੰ ਪੂਰਾ ਕੀਤਾ ਜਾ ਸਕੇ। ਪ੍ਰਸਤਾਵਨਾ ਕੀ ਹੈ? ਪ੍ਰਸਤਾਵਨਾ ਇੱਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜਿਸ ਵਿੱਚ ਸੰਵਿਧਾਨ ਦੇ ਮੁੱਖ ਉਦੇਸ਼, ਇਸ ਦੇ ਮੌਲਿਕ ਸਿਧਾਂਤਾਂ, ਆਦਰਸ਼ਾਂ ਆਦਿ ਦਾ ਵਰਣਨ ਕੀਤਾ ਗਿਆ ਹੈ। ਇੱਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜਿਸ ਵਿੱਚ ਸੰਵਿਧਾਨ ਦੇ ਮੁੱਖ ਉਦੇਸ਼ ਲਿਖੇ ਆ, ਉਸ ਦੇ ਮੌਲਿਕ ਸਿਧਾਂਤਾਂ, ਆਦਰਸ਼ਾਂ ਆਦਿ ਦਾ ਵਰਣਨ ਕੀਤਾ ਗਿਆ। ਤਾਂ ਅਸੀਂ ਜਿਸ ਤਰ੍ਹਾਂ ਪੜ੍ਹਿਆ ਸੀ ਕਿ ਸੰਵਿਧਾਨ ਕੀ ਹੈ, ਸੰਵਿਧਾਨ ਵੀ ਇੱਕ ਮੌਲਿਕ ਕਾਨੂੰਨੀ ਦਸਤਾਵੇਜ਼ ਹੈ, ਠੀਕ ਹੈ, ਜਿਸ ਨਾਲ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ। ਉਸੇ ਤਰ੍ਹਾਂ ਜਿਹੜੀ ਆਦਰਸ਼ ਪ੍ਰਸਤਾਵਨਾ ਹੈ ਇਸ ਵਿੱਚ ਦਸਤਾਵੇਜ਼ ਹੀ ਹੈ ਇਸ ਪ੍ਰਕਾਰ ਦਾ ਜਿਸ ਵਿੱਚ ਸੰਵਿਧਾਨ ਦੇ ਮੁੱਖ ਉਦੇਸ਼, ਇਸ ਦੇ ਮੌਲਿਕ ਸਿਧਾਂਤਾਂ, ਆਦਰਸ਼ਾਂ ਦਾ ਵਰਣਨ ਕੀਤਾ ਗਿਆ। ਅਗਲਾ ਪ੍ਰਸ਼ਨ ਹੈ ਨਿਆਂ ਤੋਂ ਕੀ ਭਾਵ ਹੈ। ਇਸ ਆਦਰਸ਼ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਭਾਰਤ ਵਿੱਚ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਖੇਤਰ ਵਿੱਚ ਨਿਆਂ ਦਿੱਤਾ ਗਿਆ ਹੈ। ਨਿਆਂ ਤੋਂ ਭਾਵ ਹੈ ਕਿ ਸਾਰਿਆਂ ਨੂੰ ਬਰਾਬਰ ਸਮਝਿਆ ਜਾਂਦਾ ਹੈ। ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਖੇਤਰ ਦੇ ਵਿੱਚ ਜਾਤ ਪਾਤ, ਧਰਮ, ਰੰਗ, ਨਸਲ ਆਦਿ ਦੇ ਆਧਾਰ 'ਤੇ ਕਿਸੇ ਨਾਲ ਕੋਈ ਵਿਤਕਰਾ ਜਾਂ ਭੇਦਭਾਵ ਨਹੀਂ ਕੀਤਾ ਜਾਂਦਾ। ਅਸੀਂ ਸਾਰੇ ਦੇਖਦੇ ਹੀ ਹਾਂ, ਅਸੀਂ ਕਿਸੇ ਵੀ ਸਕੂਲ ਦੇ ਵਿੱਚ ਜਾ ਕੇ ਐਡਮਿਸ਼ਨ ਲੈ ਸਕਦੇ ਹਾਂ। ਕਿਸੇ ਵੀ ਜੋ ਅਸੀਂ ਯੋਗਤਾ ਰੱਖਦੇ ਹੋਈਏ ਕੋਈ ਵੀ ਅਸੀਂ ਆਪਣੀ ਜਿਹੜੀ ਨੌਕਰੀ ਹੈ, ਸਰਕਾਰੀ ਨੌਕਰੀ ਪ੍ਰਾਪਤ ਕਰ ਸਕਦੇ ਹਾਂ। ਕਿਸੇ ਵੀ ਪ੍ਰਾਈਵੇਟ ਸੰਸਥਾ 'ਚ ਜਾ ਕੇ ਵੀ ਕੰਮ ਕਰ ਸਕਦੇ ਹਾਂ, ਬਟ ਅਸੀਂ ਉਸਦੀਆਂ ਯੋਗਤਾਵਾਂ ਜਿਹੜੀਆਂ ਉਸਦੀਆਂ ਸ਼ਰਤਾਂ ਪੂਰੀਆਂ ਕਰ ਦੇਣਗੇ। ਤਾਂ ਐਸਾ ਨਹੀਂ ਹੋਏਗਾ ਕਿ ਜਾਤ ਪਾਤ, ਧਰਮ, ਰੰਗ, ਨਸਲ ਆਦਿ ਦੇ ਆਧਾਰ 'ਤੇ ਸਾਡੇ ਨਾਲ ਕੋਈ ਵਿਤਕਰਾ ਕਰੇਗਾ। ਇਸ ਆਦਰਸ਼ ਨੂੰ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਪ੍ਰਦਾਨ ਕਰਕੇ ਲਾਗੂ ਕੀਤਾ ਗਿਆ। ਤਾਂ ਇਹ ਸਾਡਾ ਇੱਕ ਮੌਲਿਕ ਅਧਿਕਾਰ ਹੈ ਜੋ ਸੰਵਿਧਾਨ ਵਿੱਚ ਦਰਜ ਕੀਤਾ ਗਿਆ ਤੇ ਇਸ ਨੂੰ ਮੌਲਿਕ ਅਧਿਕਾਰ ਪ੍ਰਾਪਤ ਕਰਕੇ ਕੀਤਾ ਗਿਆ ਹੈ। ਸਮਾਨਤਾ ਤੋਂ ਕੀ ਭਾਵ ਹੈ। ਸੰਵਿਧਾਨ ਅਨੁਸਾਰ ਕਿਹੜੀਆਂ ਸਮਾਨਤਾਵਾਂ ਦਿੱਤੀਆਂ ਗਈਆਂ ਹਨ। ਹੁਣ ਸਮਾਨਤਾ ਤੋਂ ਕੀ ਭਾਵ ਹੈ। ਸੰਵਿਧਾਨ ਦੇ ਅਨੁਛੇਦ 14 ਤੋਂ 18 ਤੱਕ ਵੱਖ-ਵੱਖ ਖੇਤਰਾਂ ਵਿੱਚ ਸਮਾਨਤਾ ਦਿੱਤੀ ਗਈ ਹੈ। ਕਾਨੂੰਨ ਦੇ ਸਾਹਮਣੇ ਸਾਰੇ ਲੋਕ ਸਮਾਨ ਹਨ। ਛੂਤ-ਛਾਤ ਨੂੰ ਸਮਾਪਤ ਕੀਤਾ ਗਿਆ ਹੈ। ਕਿਸੇ ਵਿਸ਼ੇਸ਼ ਧਰਮ, ਜਾਤ, ਰੰਗ ਜਾਂ ਨਸਲ ਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ ਪ੍ਰਾਪਤ ਹੈ। ਜਿਸ ਤਰ੍ਹਾਂ ਅਸੀਂ ਪੁਰਾਣੇ ਸਮੇਂ ਵਿੱਚ ਪੜ੍ਹਿਆ ਕਿ ਜਿਹੜਾ ਸਮਾਜ 4 ਜਾਤਾਂ ਵਿੱਚ ਵੰਡਿਆ ਸੀ, ਬ੍ਰਾਹਮਣ, ਖੱਤਰੀ, ਸ਼ੂਦਰ ਤੇ ਵੈਸ਼, ਤੇ ਸ਼ੂਦਰਾਂ ਨਾਲ ਬਹੁਤ ਬੁਰਾ ਵਰਤਾਓ ਕੀਤਾ ਜਾਂਦਾ ਸੀ। ਪਰ ਸਾਡੇ ਸੰਵਿਧਾਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਬਿਲਕੁਲ ਖਤਮ ਕੀਤਾ ਗਿਆ ਹੈ। ਸੰਵਿਧਾਨ ਦੇ ਅਨੁਛੇਦ 14 ਤੋਂ 18 ਤੱਕ ਵੱਖ-ਵੱਖ ਖੇਤਰਾਂ ਵਿੱਚ ਸਮਾਨਤਾ ਕੀਤੀ ਗਈ ਹੈ।
ਕਾਨੂੰਨ ਦੇ ਸਾਹਮਣੇ ਸਾਰੇ ਲੋਕ ਬਰਾਬਰ ਹਨ, ਚਾਹੇ ਕੋਈ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ, ਸਾਰਿਆਂ ਨੂੰ ਇੱਕੋ ਜਿਹਾ ਸਮਝਿਆ ਜਾਵੇਗਾ। ਛੂਤ-ਛਾਤ ਨੂੰ ਸਮਾਪਤ ਕਰ ਦਿੱਤਾ ਗਿਆ ਹੈ। ਜੋ ਛੂਤ-ਛਾਤ ਦੀ ਬਹੁਤ ਪੁਰਾਣੇ ਸਮੇਂ ਤੋਂ ਇੱਕ ਬਹੁਤ ਭੈੜੀ ਕਹਿ ਲਓ ਕਿ ਇੱਕ ਸਮਾਜਿਕ ਬੁਰਾਈ ਸੀ, ਉਸ ਨੂੰ ਖਤਮ ਕੀਤਾ ਗਿਆ ਹੈ। ਕਿਸੇ ਵਿਸ਼ੇਸ਼ ਧਰਮ, ਜਾਤ, ਰੰਗ ਜਾਂ ਨਸਲ ਨੂੰ ਕੋਈ ਵਿਸ਼ੇਸ਼ ਅਧਿਕਾਰ ਪ੍ਰਾਪਤ ਨਹੀਂ ਹੈ, ਸਾਰਿਆਂ ਨੂੰ ਬਰਾਬਰ ਸਮਝਿਆ ਗਿਆ। ਸੰਵਿਧਾਨ ਦੀ ਪ੍ਰਸਤਾਵਨਾ ਦੀ ਕੀ ਮਹੱਤਤਾ ਹੈ? ਪ੍ਰਸਤਾਵਨਾ ਵਿੱਚ ਸੰਵਿਧਾਨ ਦੇ ਮੁੱਖ ਉਦੇਸ਼ ਅਤੇ ਮੌਲਿਕ ਸਿਧਾਂਤਾਂ ਦਾ ਵਰਣਨ ਕੀਤਾ ਗਿਆ ਹੈ। ਇਸ ਦੀ ਮਹੱਤਤਾ ਕੀ ਹੈ? ਭਾਰਤੀ ਸੰਵਿਧਾਨ ਨੂੰ ਮੂਲ ਢਾਂਚਾ ਪ੍ਰਦਾਨ ਕਰਦੀ ਹੈ, ਜਾਣੀ ਕਿ ਭਾਰਤੀ ਸੰਵਿਧਾਨ ਤੁਹਾਨੂੰ ਦੱਸਿਆ ਵੀ ਜਿਹੜਾ ਸੰਵਿਧਾਨ ਉਹ ਪ੍ਰਸਤਾਵਨਾ ਤੋਂ ਸ਼ੁਰੂ ਹੁੰਦਾ ਅਤੇ ਪ੍ਰਸਤਾਵਨਾ ਦੇ ਵਿੱਚ ਹੀ ਭਾਰਤੀ ਸੰਵਿਧਾਨ ਦੀਆਂ ਕਹਿ ਲਓ ਸਾਰੀਆਂ ਵਿਸ਼ੇਸ਼ਤਾਵਾਂ ਲੁਕੀਆਂ ਹਨ। ਇਹ ਸੰਵਿਧਾਨ ਨਿਰਮਾਤਾਵਾਂ ਦੇ ਮਨਾਂ ਦੀ ਕੁੰਜੀ ਹੈ। ਸੰਵਿਧਾਨ ਨਿਰਮਾਤਾਵਾਂ ਦੇ ਮਨਾਂ ਦੀ ਕੁੰਜੀ ਹੈ ਤੇ ਪ੍ਰਸਤਾਵਨਾ ਦੀਆਂ ਮਹੱਤਤਾ ਹੈ ਸਾਰੀ। ਰਾਸ਼ਟਰੀ ਏਕਤਾ ਤੇ ਅਖੰਡਤਾ ਤੋਂ ਕੀ ਭਾਵ ਹੈ? ਕੀ ਅਸੀਂ ਇਸ ਉਦੇਸ਼ ਨੂੰ ਪੂਰਾ ਕਰ ਸਕੇ ਹਾਂ? 42ਵੀਂ ਸੋਧ ਅਨੁਸਾਰ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਅਖੰਡਤਾ ਅਤੇ ਏਕਤਾ ਸ਼ਬਦ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਭਾਵ ਹੈ ਕਿ ਭਾਰਤ ਵਿੱਚ ਵੱਖ-ਵੱਖ ਜਾਤਾਂ, ਧਰਮਾਂ, ਨਸਲਾਂ ਅਤੇ ਜਾਤੀਆਂ ਦੇ ਲੋਕ ਵਸਦੇ ਹੋਣ ਦੇ ਬਾਵਜੂਦ ਸਮੁੱਚੇ ਤੌਰ ਤੇ ਇੱਕ ਹੀ ਰਾਸ਼ਟਰ ਦਾ ਨਿਰਮਾਣ ਕਰਦੇ ਹਨ। ਠੀਕ ਹੈ ਜੀ। ਏਕਤਾ ਤੇ ਅਖੰਡਤਾ ਸ਼ਬਦ ਨੂੰ 42ਵੀਂ ਸੋਧ ਰਾਹੀਂ ਅਸੀਂ ਯਾਦ ਰੱਖਣਾ। ਏਕਤਾ ਤੇ ਅਖੰਡਤਾ ਸ਼ਬਦ ਨੂੰ 42ਵੀਂ ਸੋਧ ਰਾਹੀਂ ਪ੍ਰਸਤਾਵਨਾ ਜਿਹੜਾ ਹੈਗਾ ਸ਼ਬਦਾਂ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਭਾਵ ਹੈ ਕਿ ਭਾਰਤ ਵਿੱਚ ਵੱਖ-ਵੱਖ ਜਾਤਾਂ, ਧਰਮਾਂ, ਨਸਲਾਂ ਅਤੇ ਜਾਤੀਆਂ ਦੇ ਲੋਕ ਵਸਦੇ ਹੋਣ ਦੇ ਬਾਵਜੂਦ ਸਮੁੱਚੇ ਤੌਰ ਤੇ ਇੱਕ ਹੀ ਰਾਸ਼ਟਰ ਦਾ ਨਿਰਮਾਣ ਕਰਦੇ ਹਨ, ਯਾਨੀ ਕਿ ਭਾਰਤ ਦੇ ਨਿਵਾਸੀ ਹਨ, ਉਹ ਭਾਰਤ ਦੇ ਰਾਸ਼ਟਰ ਦਾ ਨਿਰਮਾਣ ਕਰਦੇ ਹਨ। ਸਮਾਜਿਕ, ਆਰਥਿਕ ਤੇ ਰਾਜਨੀਤਿਕ ਨਿਆਂ ਤੋਂ ਕੀ ਭਾਵ ਹੈ? ਸਮਾਜਿਕ ਨਿਆਂ ਤੋਂ ਭਾਵ ਹੈ ਕਿ ਜਾਤ-ਪਾਤ, ਧਰਮ, ਰੰਗ, ਨਸਲ ਆਦਿ ਦੇ ਆਧਾਰ ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਏਗਾ। ਠੀਕ ਹੈ ਜੀ। ਸਮਾਜਿਕ ਖੇਤਰ ਦੇ ਵਿੱਚ, ਸਮਾਜ ਦੇ ਵਿੱਚ ਅਸੀਂ ਵਿਚਰਦੇ ਹਾਂ ਤਾਂ ਸਮਾਜ ਦੇ ਵਿੱਚ ਕੋਈ ਵੀ ਅਗਰ ਸਾਡੇ ਨਾਲ ਜਾਤ-ਪਾਤ, ਧਰਮ, ਰੰਗ, ਨਸਲ ਆਧਾਰ ਤੇ ਕੋਈ ਵਿਤਕਰਾ ਕਰਦਾ ਹੈ ਤਾਂ ਅਸੀਂ ਉਸ ਦੇ ਖਿਲਾਫ ਕੀ ਹੈ, ਕਾਨੂੰਨ ਦੀ ਵਿਵਸਥਾ ਕੀਤੀ ਗਈ ਕਿ ਅਸੀਂ ਉਸ ਦੇ ਖਿਲਾਫ ਕੇਸ ਦਰਜ ਕਰਵਾ ਸਕਦੇ ਹਾਂ। ਆਰਥਿਕ ਨਿਆਂ ਤੋਂ ਭਾਵ ਹੈ ਕਿ ਆਪਣੀ ਆਜੀਵਿਕਾ ਕਮਾਉਣ ਲਈ ਹਰੇਕ ਵਿਅਕਤੀ ਨੂੰ ਕੰਮ ਦੇ ਬਰਾਬਰ ਮੌਕੇ ਦਿੱਤੇ ਜਾਂਦੇ ਹਨ। ਆਪਣੀ ਆਜੀਵਿਕਾ ਯਾਨੀ ਕਿ ਆਪਣੀ ਜੀਵਨ ਬਸਰ ਕਰਨ ਦੇ ਲਈ ਸਾਨੂੰ ਬਰਾਬਰ ਮੌਕੇ ਦਿੱਤੇ ਜਾਂਦੇ ਹੋਣ। ਅਸੀਂ ਉਸ ਸੰਸਥਾ ਦੇ ਵਿੱਚ ਜਿਸ ਵਿੱਚ ਕੰਮ ਕਰਨਾ ਚਾਹੁੰਦੇ ਹਾਂ ਜਾਂ ਕਿਤੇ ਵੀ ਕੰਮ ਕਰਨਾ ਚਾਹੁੰਦੇ ਹਾਂ, ਬਸ ਅਸੀਂ ਉਸ ਦੀਆਂ ਜਿਹੜੀਆਂ ਜੋ ਸ਼ਰਤਾਂ ਰੱਖੀਆਂ ਜਾਂਦੀਆਂ ਹੈਗੀਆਂ, ਯੋਗਤਾਵਾਂ ਰੱਖੀਆਂ ਜਾਂਦੀਆਂ, ਉਹ ਸਾਰੀਆਂ ਪੂਰੀਆਂ ਹੋਣ ਤਾਂ ਅਸੀਂ ਕਿਸੇ ਵੀ ਖੇਤਰ ਵਿੱਚ ਜਾ ਕੇ ਕੰਮ ਕਰ ਸਕਦੇ ਹਾਂ। ਰਾਜਨੀਤਿਕ ਨਿਆਂ ਤੋਂ ਭਾਵ ਹੈ ਕਿ ਹਰ ਇੱਕ ਵਿਅਕਤੀ ਨੂੰ ਬਰਾਬਰ ਰਾਜਨੀਤਿਕ ਅਧਿਕਾਰ ਦਿੱਤੇ ਜਾਂਦੇ ਹਨ, ਜਿਵੇਂ ਵੋਟ ਦਾ ਅਧਿਕਾਰ, ਸਰਕਾਰੀ ਅਹੁਦੇ ਪ੍ਰਾਪਤ ਕਰਨ ਦਾ ਅਧਿਕਾਰ। ਤਾਂ ਰਾਜਨੀਤਿਕ ਅਧਿਕਾਰ ਦੇ ਵਿੱਚ ਅਸੀਂ ਜਾਣਦੇ ਕਿ ਸਾਰੇ ਜਿੰਨੇ ਵੀ ਨਾਗਰਿਕ ਆ, ਚਾਹੇ ਉਹ ਕਿਸੇ ਵੀ ਜਾਤ ਨਾਲ ਸੰਬੰਧਿਤ ਹਨ, ਚਾਹੇ ਉਹ ਉਹਨਾਂ ਨਾਲ ਕੋਈ ਭੇਦਭਾਵ ਨਹੀਂ ਹੋਏਗਾ ਔਰ ਉਹਨਾਂ ਨੂੰ ਕੀ ਆ ਵੋਟ ਪਾਉਣ ਦਾ ਅਧਿਕਾਰ ਹੈ, ਰਾਜਨੀਤੀ ਦੇ ਵਿੱਚ ਹਿੱਸਾ ਲੈਣ ਦਾ ਪੂਰਾ ਅਧਿਕਾਰ ਹੈ। ਸਰਕਾਰੀ ਅਹੁਦੇ 'ਤੇ ਆਪਣੀ ਯੋਗਤਾ ਅਨੁਸਾਰ ਅਸੀਂ ਨੌਕਰੀ ਪ੍ਰਾਪਤ ਕਰ ਸਕਦੇ ਹਾਂ। ਅੱਗੇ ਇਸ ਲੈਸਨ ਦੇ ਵਿੱਚ ਕੁਝ ਖਾਲੀ ਥਾਵਾਂ ਹੈਗੀਆਂ। ਪ੍ਰਸਤਾਵਨਾ ਨੂੰ ਸੰਵਿਧਾਨ ਦੀ ਡੈਸ਼ ਵੀ ਕਿਹਾ ਜਾਂਦਾ ਹੈ ਤਾਂ ਅਸੀਂ ਪੜ੍ਹਿਆ ਸੀ ਕੁੰਜੀ ਕਿਹਾ ਜਾਂਦਾ ਹੈ। ਭਾਰਤੀ ਸੰਵਿਧਾਨ ਦੇ 14 ਤੋਂ 32 ਤੱਕ ਅਧਿਕਾਰ ਦਰਜ ਹਨ। 14 ਤੋਂ 32 ਤੱਕ ਅਧਿਕਾਰ ਦਰਜ ਹਨ। ਸੰਵਿਧਾਨ ਦੀ 42ਵੀਂ ਸੋਧ ਰਾਹੀਂ ਪ੍ਰਸਤਾਵਨਾ ਵਿੱਚ ਸਮਾਜਵਾਦੀ ਅਤੇ ਧਰਮ ਨਿਰਪੇਖ ਸ਼ਬਦ ਦਰਜ ਕੀਤੇ ਗਏ। ਤਾਂ ਅਸੀਂ ਇੱਕ ਏਕਤਾ ਤੇ ਅਖੰਡਤਾ ਸ਼ਬਦ ਵੀ ਪੜ੍ਹਿਆ, ਉਹ ਵੀ 42ਵੀਂ ਸੋਧ ਰਾਹੀਂ, ਔਰ ਸਮਾਜਵਾਦੀ ਤੇ ਧਰਮ ਨਿਰਪੇਖ ਸ਼ਬਦ ਵੀ 42ਵੀਂ ਸੋਧ ਰਾਹੀਂ। ਸਾਰੇ ਧਰਮਾਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ। ਅੱਗੇ ਕੁਛ ਸਹੀ ਗਲਤ ਹੈ ਜੀ। ਇਸ ਲੈਸਨ ਦੇ ਵਿੱਚ ਪ੍ਰਸਤਾਵਨਾ ਦਾ ਆਰੰਭ ਅਸੀਂ ਭਾਰਤ ਦੇ ਲੋਕ ਆਦਿ ਸ਼ਬਦਾਂ ਨਾਲ ਹੁੰਦਾ ਹੈ। ਬਿਲਕੁਲ ਸਹੀ ਹੈ ਜੀ। ਪ੍ਰਸਤਾਵਨਾ ਵਿੱਚ ਸਮਾਨਤਾ ਸ਼ਬਦ ਦਰਜ ਨਹੀਂ ਕੀਤਾ ਗਿਆ। ਗਲਤ ਹੈ ਜੀ। ਪ੍ਰਸਤਾਵਨਾ ਦੇ ਵਿੱਚ ਸਮਾਨਤਾ ਸ਼ਬਦ ਦਰਜ ਹੈ। ਸੰਵਿਧਾਨ ਅਨੁਸਾਰ ਧਰਮ, ਜਾਤ, ਰੰਗ, ਨਸਲ ਦੇ ਆਧਾਰ ਤੇ ਭੇਦਭਾਵ ਕੀਤਾ ਜਾ ਸਕਦਾ ਹੈ। ਗਲਤ ਹੈ ਜੀ, ਨਹੀਂ ਕੀਤਾ ਜਾ ਸਕਦਾ। ਵੋਟ ਦਾ ਅਧਿਕਾਰ ਰਾਜਨੀਤਿਕ ਨਿਆਂ ਪ੍ਰਦਾਨ ਕਰਦਾ ਹੈ। ਬਿਲਕੁਲ ਸਹੀ ਹੈ ਜੀ। ਵੋਟ ਦਾ ਅਧਿਕਾਰ ਸਾਨੂੰ ਰਾਜਨੀਤਿਕ ਨਿਆਂ ਪ੍ਰਦਾਨ ਕਰਦਾ ਹੈ। ਸਾਡੀ ਇਹ ਪਾਵਰ ਹੈ, ਅਸੀਂ ਇਸ ਪਾਵਰ ਦੇ ਬਲ ਤੇ ਹੀ ਇਲੈਕਸ਼ਨਸ ਦੇ ਵਿੱਚ ਸਰਕਾਰ ਬਦਲ ਸਕਦੇ ਹਾਂ। ਪ੍ਰਸਤਾਵਨਾ ਨੂੰ ਭਾਰਤੀ ਸੰਵਿਧਾਨ ਦੇ ਅੰਤ ਵਿੱਚ ਲਿਖਿਆ ਗਿਆ ਨਹੀਂ ਜੀ, ਇਹ ਬਿਲਕੁਲ ਗਲਤ ਹੈ। ਜਿਹੜੀ ਪ੍ਰਸਤਾਵਨਾ ਭਾਰਤੀ ਸੰਵਿਧਾਨ ਦੇ ਬਿਲਕੁਲ ਸ਼ੁਰੂ ਦੇ ਵਿੱਚ ਆਉਂਦੀ ਹੈ। ਤਾਂ ਕੁਝ ਬਹੁ ਵਿਕਲਪੀ ਸ਼ਬਦ ਵੀ ਇਸ ਲੈਸਨ ਦੇ ਨਾਲ। ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਦਰਜ ਹਨ? ਤਾਂ ਇਸ ਦਾ ਸਹੀ ਉੱਤਰ ਜੀ ਤੀਸਰਾ ਭਾਗ ਹੈ ਜੀ। ਆਦਰਸ਼ ਲਈ ਕਾਨੂੰਨ ਕਿੱਥੇ ਦਰਜ ਹਨ? ਭਾਰਤੀ ਸੰਵਿਧਾਨ ਵਿੱਚ। ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਭਾਰਤੀ ਨਾਗਰਿਕਾਂ ਨੂੰ 6 ਸੁਤੰਤਰਤਾਵਾਂ ਦਿੱਤੀਆਂ ਗਈਆਂ? ਤਾਂ ਅਨੁਛੇਦ 19 ਦੇ ਵਿੱਚ ਜਿਹੜੀਆਂ ਭਾਰਤੀ ਨਾਗਰਿਕਾਂ 6 ਸੁਤੰਤਰਤਾਵਾਂ ਜਿਹੜੀਆਂ ਭਾਰਤੀ ਨਾਗਰਿਕਾਂ ਨੂੰ ਦਿੱਤੀਆਂ ਗਈਆਂ। ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਸੀ ਵੀਡੀਓ ਦੇ ਵਿੱਚ, ਤੇ ਵੀਡੀਓ ਦੇ ਲਾਸਟ ਦੇ ਵਿੱਚ ਤੁਹਾਨੂੰ ਇਸ ਦੇ ਜਿਹੜੇ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਜਿਹੜੇ ਨੋਟਸ ਆ ਤੁਹਾਡੇ ਸਾਹਮਣੇ ਨੇ, ਇਹਨਾਂ ਨੂੰ ਤੁਸੀਂ ਆਪਣੇ ਵੀਡੀਓ ਨੂੰ ਪਾਊਜ਼ ਕਰਕੇ ਸਕਰੀਨਸ਼ਾਟ ਲੈ ਕੇ ਇਹ ਸਾਰੇ ਤੁਸੀਂ ਨੋਟਸ ਤਿਆਰ ਕਰ ਸਕਦੇ ਹੋ। ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਕਿਸੇ ਵੀ ਟਾਈਮ ਅਗਰ ਸਾਡੇ ਕੋਲੋਂ ਅਸੀਂ ਕਿਸੇ ਵੀ ਸਮੇਂ ਇਸ ਚੈਨਲ 'ਤੇ ਜਾ ਕੇ ਆਪਣੇ ਇਸ ਨੋਟਸ ਨੂੰ ਦੁਬਾਰਾ ਰਿਪੀਟ ਕਰ ਸਕਦੇ ਹਾਂ, ਇਸ ਦੀ ਦੁਬਾਰਾ ਰਿਵੀਜ਼ਨ ਲੈ ਸਕਦੇ ਹਾਂ ਔਰ ਦੁਬਾਰਾ ਨੋਟਸ ਵੀ ਤਿਆਰ ਕਰ ਸਕਦੇ ਹਾਂ। ਕੋਈ ਸਾਡੇ ਕਿਸੇ ਕਿਸਮ ਦੀ ਸਾਨੂੰ ਪ੍ਰੋਬਲਮ ਨਹੀਂ ਆਏਗੀ, ਜਾਂ ਸਾਡਾ ਫੋਨ ਗੁੰਮ ਹੋ ਗਿਆ ਜਾਂ ਕੋਈ ਡਾਟਾ ਸਟੋਰ ਕਰਨ ਦੀ ਵੀ ਲੋੜ ਨਹੀਂ ਹੈ। ਕਿਸੇ ਟਾਈਮ ਵੀ ਅਸੀਂ ਔਨਲਾਈਨ ਜਾ ਕੇ ਜਾਂ ਇਸ ਵੀਡੀਓ ਨੂੰ ਡਾਊਨਲੋਡ ਕਰਕੇ ਵੀ ਇਹ ਜਿਹੜੇ ਸਾਰੇ ਦੇ ਸਾਰੇ ਕੁਐਸਚਨ ਆ ਜਿਹੜੇ ਆਪਣੀ ਜਿਹੜੀ ਕਾਪੀ ਦੇ ਉੱਪਰ ਤਿਆਰ ਕਰ ਸਕਦੇ ਹਾਂ ਔਰ ਬਾਰ-ਬਾਰ ਇਸ ਦੀ ਰਿਵੀਜ਼ਨ ਵੀ ਲੈ ਸਕਦੇ ਹਾਂ।
ਤਾਂ ਇਹ ਲੈਸਨ ਦੇ ਵਿੱਚ ਜੋ ਵੀ ਮਟੀਰੀਅਲ ਸੀ ਉਹ ਤੁਹਾਡੇ ਤੱਕ ਲੈ ਕੇ ਆਉਂਦਾ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ, ਅੱਗੇ ਤੇ ਅੱਗੇ ਸ਼ੇਅਰ ਕਰੋ। ਜਿੰਨੇ ਵੀ ਬੱਚੇ ਜਿਹੜੇ 8ਵੀਂ ਸ਼੍ਰੇਣੀ ਦੇ ਵਿੱਚ ਪੜ੍ਹ ਰਹੇ ਨੇ ਉਹਨਾਂ ਤੱਕ ਪਹੁੰਚਦੇ ਕਰੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਵੇ। ਸਾਡੇ ਸਾਰਿਆਂ ਦਾ ਇੱਕੋ ਹੀ ਮਕਸਦ ਹੈ ਕਿ ਕਰੋਨਾ ਕਾਲ ਦੇ ਦੌਰਾਨ ਜਿਸ ਤਰ੍ਹਾਂ ਸਾਡਾ ਜੋ ਲਾਸ ਹੋਇਆ ਉਸ ਨੂੰ ਕਿਵੇਂ ਨਾ ਕਿਵੇਂ ਅਸੀਂ ਪੂਰਾ ਕਰੀਏ। ਤਾਂ ਆਪ ਸਭ ਨੂੰ ਸ਼ੁਭਕਾਮਨਾਵਾਂ। ਬਸ ਇਸੇ ਤਰ੍ਹਾਂ ਡਟੇ ਰਹੋ।